ਵੈਲਕਮ ਟੂ ਪ੍ਰੋਪ ਕਲਾਸਿਸ। ਆਪਾਂ ਕਮਰਸ ਲੈਕਚਰ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਤੇ ਆਪਾਂ ਸਟੈਟਿਸਟਿਕਸ ਦੇ ਟੌਪਿਕਸ ਨੂੰ ਲੈ ਕੇ ਇੱਕ ਸੀਰੀਜ਼ ਸਟਾਰਟ ਕੀਤੀ ਆ। ਸੋ ਅੱਜ ਆਪਾਂ ਬੜਾ ਇੰਪੋਰਟੈਂਟ ਟੌਪਿਕ ਮੇਜਰਮੈਂਟਸ ਆਫ ਦਾ ਸਕਿਊਨੈਸ, ਇਹਦੇ ਪਹਿਲਾਂ ਕੁਝ ਇੰਪੋਰਟੈਂਟ ਨੋਟਸ ਡਿਸਕਸ ਕਰਾਂਗੇ ਜਿਹਦੇ ਨਾਲ ਤੁਹਾਡਾ ਕਨਸੈਪਟ ਕਲੀਅਰ ਹੋ ਜਾਊਗਾ। ਆਫਟਰ ਦੈਟ ਆਪਾਂ ਇਹਦੇ MCQs ਕੁਐਸਚਨ ਕਰਾਂਗੇ ਜਿਨ੍ਹਾਂ ਨੂੰ ਕਰਕੇ ਤੁਹਾਨੂੰ ਕੌਨਫੀਡੈਂਸ ਆਊਗਾ ਕਿ ਇਸ ਟੌਪਿਕ ਦੇ ਵਿੱਚੋਂ ਜਿਹੜਾ ਮਰਜ਼ੀ ਕੁਐਸਚਨ ਆ ਜਾਏ ਅਸੀਂ ਈਜ਼ੀਲੀ ਅਟੈਂਪਟ ਕਰ ਸਕਦੇ ਹਾਂ। ਇਹ ਟੌਪਿਕ ਨੂੰ ਬੜਾ ਵਾਸਟ ਆ, ਇਹਨੂੰ ਸਿਰਫ ਕਨਕਲੂਡ ਇਸ ਬਿਹਾਫ 'ਤੇ ਕੀਤਾ ਗਿਆ ਕਿ ਜਿਵੇਂ ਇਹਦੇ ਕੁਐਸਚਨਸ ਫਾਈਨਲ ਐਗਜ਼ਾਮਸ ਦੇ ਵਿੱਚ ਆਉਂਦੇ ਨੇ ਸਿਰਫ ਉਹੀ ਕੁਐਸਚਨਸ ਲੈ ਕੇ ਉਵੇਂ ਦੇ ਨੋਟਸ ਬਣਾਏ ਗਏ ਨੇ ਤਾਂ ਕਿ ਤੁਹਾਨੂੰ ਈਜ਼ੀਲੀ ਕਨਸੈਪਟ ਕਲੀਅਰ ਹੋ ਜੇ ਤੇ ਆਪਾਂ ਐਗਜ਼ਾਮਸ ਦੇ ਵਿੱਚ ਪੇਪਰ ਈਜ਼ੀਲੀ ਅਟੈਂਪਟ ਕਰ ਸਕੀਏ। ਸੋ ਲੈਟਸ ਸਟਾਰਟ। ਸੋ ਫਸਟ ਮੇਜਰਮੈਂਟ ਆਫ ਸਕਿਊਨੈਸ ਹੁੰਦਾ ਕੀ ਆ, ਪਹਿਲਾਂ ਆਪਾਂ ਸਕਿਊਨੈਸ ਦੇ ਬਾਰੇ ਪੜ੍ਹਾਂਗੇ ਦੈਨ ਅੱਗੇ ਫਿਰ ਵਧਾਂਗੇ ਹੌਲੀ ਹੌਲੀ ਇਹਦੇ ਅੰਦਰ ਕੀ ਆ। ਸੋ what is the meaning of the skewness in a statistics? Skewness ਦਾ meaning ਕੀ ਹੈ statistics ਦਾ ਅੰਦਰ। so skewness ਕੀ ਹੁੰਦਾ? skewness refers to the asymmetric deviation from the symmetrical bell shape or normal shape। ਉਹ ਕਹਿਣਾ ਕੀ ਚਾਹੁੰਦਾ? ਉਹ ਕਹਿੰਦਾ ਵੀ skewness ਕੀ ਹੁੰਦੀ ਆ, ਕਹਿੰਦਾ ਜਦੋਂ asymmetric ਹੋ ਜਾਂਦਾ ਕੁਛ। skewness bell shape ਇੱਕ normal distribution curve ਹੁੰਦੀ ਆ, ਨੋਰਮਲ ਡਿਸਟਰੀਬਿਊਸ਼ਨ ਕਰਵ ਹੁੰਦੀ ਆ, ਉਹਦੇ ਅੰਦਰ ਪਹਿਲਾਂ ਵੈਸੇ ਉਹ ਸਿਮੈਟ੍ਰਿਕ ਹੁੰਦੀ ਆ। ਸਿਮੈਟ੍ਰਿਕ ਮੀਨਸ ਇੱਕ ਪ੍ਰੋਪਰ ਬੈਲ ਸ਼ੇਪ ਹੁੰਦੀ ਆ, ਇੱਦਾਂ ਬੈਲ ਸ਼ੇਪ ਹੁੰਦੀ ਆ। ਜੇ ਇਹਦੇ ਅੰਦਰ ਕੁਛ ਨਾ ਕੁਛ ਚੇਂਜਿਸ ਆ ਜਾਂਦੇ ਨੇ ਉਹਨੂੰ ਅਸਿਮੈਟ੍ਰਿਕ ਕਹਿ ਦਿੰਦੇ ਨੇ, ਜੇ ਚੇਂਜਿਸ ਆ ਜਾਂਦੇ ਨੇ ਤਾਂ ਉਹਨੂੰ ਸਿਮੈਟ੍ਰਿਕ ਕਹਿ ਦਿੰਦੇ ਨੇ। ਆਪਾਂ ਆਲਰੇਡੀ ਲਾਸਟ ਵੀਡੀਓਜ਼ ਦੇ ਅੰਦਰ ਡਿਸਕਸ ਕੀਤਾ ਹੈ ਕਿ ਇੱਥੇ ਮੀਨ ਮੀਡੀਅਨ ਮੋਡ ਇਸ ਪੁਆਇੰਟ ਦੇ ਉੱਪਰ ਇਕੁਅਲ ਹੁੰਦੇ ਆ, ਬਟ ਜੇ ਇਹਦੇ ਅੰਦਰ ਕੋਈ ਚੇਂਜਿਸ ਆਉਂਦੇ ਨੇ ਮਤਲਬ ਇਹ ਲੈਫਟ ਹੋ ਜਾਂਦਾ ਜਾਂ ਰਾਈਟ ਹੋ ਜਾਂਦਾ, ਸੋ ਇਸ ਚੀਜ਼ ਨੂੰ ਅਸਿਮੈਟ੍ਰਿਕ ਕਹਿੰਦੇ ਨੇ। ਸੋ ਅੱਗੇ ਦੁਬਾਰਾ ਪੜ੍ਹਦੇ ਹਾਂ। A skewness refers to the asymmetric data deviation from the symmetrical bell-shaped normal distribution curve in a set of data। So set of data ਦੇ ਅੰਦਰ ਇੱਕ normal distribution curve ਬਣਦੀ ਆ। If the curve is shifted left or right, ਕਹਿੰਦਾ ਜੇ curve left ਜਾਂ rightward ਨੂੰ shift ਕਰਦੀ ਆ, means ਜੇ curve ਇੱਧਰ ਨੂੰ ਜਾਂ ਇੱਧਰ ਨੂੰ shift ਕਰਦੀ ਆ, ਉਸ ਚੀਜ਼ ਨੂੰ ਕੀ ਕਹਿੰਦੇ ਆ? skewness ਕਹਿੰਦੇ ਨੇ। ਕਲੀਅਰ। ਸੋ ਇਹਦੇ ਅੰਦਰ ਇੱਕ ਛੋਟਾ ਜਿਹਾ ਡਾਇਗਰਾਮ ਵੀ ਆਪਾਂ ਡਿਸਕਸ ਕਰਾਂਗੇ। ਇਹ ਨਾਰਮਲ ਡਿਸਟਰੀਬਿਊਸ਼ਨ ਦੀ ਕਰਵ ਆ। ਸੋ ਕਹਿੰਦਾ ਜੇ ਆਹ ਜਿਹੜੀ ਕਰਵ ਆ, ਸਪੋਜ਼ ਕਰੋ ਇਹ ਕਰਵ ਇੱਦਾਂ ਬਣ ਜਾਂਦੀ ਆ, ਲੈਫਟ ਵਰਡ ਨੂੰ ਸ਼ਿਫਟ ਹੋ ਜਾਂਦੀ ਆ ਜਾਂ ਰਾਈਟ ਵਰਡ ਨੂੰ ਸ਼ਿਫਟ ਹੋ ਜਾਂਦੀ ਆ, ਇੱਦਾਂ ਸ਼ਿਫਟ ਹੋ ਜਾਂਦੀ ਆ। ਸੋ ਇਸ ਚੀਜ਼ ਨੂੰ ਕੀ ਕਹਿੰਦੇ ਆ? ਸਕਿਊਨੈਸ ਕਹਿੰਦੇ ਨੇ। ਇਸ ਪੁਆਇੰਟ ਦੇ ਉੱਪਰ ਨਾਰਮਲ ਡਿਸਟਰੀਬਿਊਸ਼ਨ ਕਰਵ ਆ ਵੀ ਸਕਿਊਨੈਸ ਦਾ ਪੁਆਇੰਟ ਆ ਵੀ ਸਕਿਊਨੈਸ ਦਾ ਪੁਆਇੰਟ ਆ, ਮਤਲਬ ਜੇ ਲੈਫਟ ਰਾਈਟ ਹੋ ਜਾਂਦੀ ਆ। ਔਰ ਇਸ ਪੁਆਇੰਟ ਦੇ ਉੱਪਰ ਮੀਨ ਮੀਡੀਅਨ ਮੋਡ ਆ ਜਿਹੜੇ ਉਹ ਇਕੁਅਲ ਹੁੰਦੇ ਨੇ। ਕਲੀਅਰ। ਆਈ ਹੋਪ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਿਆ ਹੋਊਗਾ। ਇਹ ਛੋਟੀ ਜਿਹੀ ਡੈਫੀਨੇਸ਼ਨ ਆ ਸਕਿਊਨੈਸ ਦੀ। ਨੈਕਸਟ ਹੁਣ ਮੇਜਰਮੈਂਟ ਆਫ ਸਕਿਊਨੈਸ। ਕਹਿੰਦੇ ਇਹਨੂੰ ਮੇਜਰ ਕਿਵੇਂ ਕੀਤਾ ਜਾਂਦਾ? ਇਹਨੂੰ ਮੇਜਰ ਕਰਨ ਦੇ ਦੋ ਤਰੀਕੇ ਨੇ, ਐਬਸੋਲੂਟ ਐਂਡ ਰਿਲੇਟਿਵ। ਕਲੀਅਰ। ਐਬਸੋਲੂਟ ਸਕਿਊਨੈਸ ਐਂਡ ਰਿਲੇਟਿਵ ਸਕਿਊਨੈਸ। ਹੁਣ ਆਪਾਂ ਇਹਦੇ ਅੰਦਰ ਪੜਾਂਗੇ ਕਿ ਐਬਸੋਲੂਟ ਸਕਿਊਨੈਸ ਕੀ ਹੁੰਦਾ, ਐਬਸੋਲੂਟ ਮੇਜਰਮੈਂਟ ਆਫ ਸਕਿਊਨੈਸ ਕੀ ਹੁੰਦਾ। ਇਹਦੇ ਅੰਦਰ ਕੀ ਆਉਂਦਾ? ਇਹ ਦਾ ਫਸਟ, ਹੁਣ ਪੜ੍ਹ ਕੇ ਦੇਖੇ ਦੇ ਅੰਦਰ ਕੀ ਆ ਰਿਹਾ ਹੈ। The first absolute measure of skewness is based on the difference between the mean median mode। ਹੁਣ ਦੇਖੋ ਆਪਾਂ ਗੱਲ ਕੀਤੀ ਸੀਗੀ ਕਿ ਇੱਦਾਂ ਦਾ ਇੱਕ ਡਾਇਗਰਾਮ ਹੁੰਦਾ ਵਾ ਜਿਹਦੇ ਅੰਦਰ ਨਾਰਮਲ ਡਿਸਟਰੀਬਿਊਸ਼ਨ ਕਰਵ ਆ, ਇਹਦੇ ਉੱਪਰ ਇਸ ਪੁਆਇੰਟ ਦੇ ਉੱਪਰ ਉਹ ਸਾਰੇ ਇਕੁਅਲ ਹੁੰਦੇ ਨੇ। ਬਟ ਜੇ ਇਹ ਲੈਫਟ ਵਰਡ ਨੂੰ ਸ਼ਿਫਟ ਹੋ ਜਾਂਦਾ ਜਾਂ ਰਾਈਟ ਵਰਡ ਨੂੰ ਸ਼ਿਫਟ ਹੋ ਜਾਂਦਾ, ਇਹਦਾ ਦੈਟ ਮੀਨਸ ਇਸ ਪੁਆਇੰਟ ਦੇ ਉੱਪਰ ਤਾਂ ਮੀਨ ਇਕੁਅਲਸ ਟੂ ਮੀਡੀਅਨ ਇਕੁਅਲਸ ਟੂ ਮੋਡ ਹੁੰਦਾ ਵਾ। ਇਸ ਪੁਆਇੰਟ ਦੇ ਉੱਪਰ ਜਿਹੜਾ ਆਪਾਂ ਬਿੰਦੂ ਬਣਾਇਆ ਵਾ, ਸੋ ਇਸ 'ਤੇ ਤਾਂ ਇਕੁਅਲ ਹੁੰਦਾ, ਸੌਰੀ ਐਮ। ਬਟ ਜੇ ਇਹ ਇੱਧਰ ਨੂੰ ਸ਼ਿਫਟ ਹੋ ਜਾਂਦਾ, ਇੱਧਰ ਨੂੰ ਹੋ ਜਾਂਦਾ, ਦੈਟ ਮੀਨਸ ਇਹਨਾਂ ਦੇ ਵਿੱਚ ਡਿਫਰੈਂਸ ਆ ਜਾਂਦਾ। ਸੋ ਜਦੋਂ ਆਪਾਂ ਮੇਜਰ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ, ਡਿਫਰੈਂਸ ਨੂੰ ਮੇਜਰ ਕਰਦੇ ਹਾਂ। ਡਿਫਰੈਂਸ ਕਿਹਨੂੰ ਮੇਜਰ ਕਰਨਾ? ਆਪਾਂ ਡਿਫਰੈਂਸ ਬਿਟਵੀਨ ਦਾ ਮੀਨ ਮੀਡੀਅਨ ਮੋਡ ਨੂੰ ਆਪਾਂ ਡਿਫਰੈਂਸ ਨੂੰ ਮੇਜਰ ਕਰਦੇ ਹਾਂ। ਉਸ ਚੀਜ਼ ਨੂੰ ਕੀ ਕਹਿੰਦੇ ਆ? ਐਬਸੋਲੂਟ ਮੇਜਰਮੈਂਟ ਆਫ ਸਕਿਊਨੈਸ। ਮੈਂ ਤੁਹਾਨੂੰ ਗਰੰਟੀ ਦਿੰਦਾ ਜਿੰਨੇ ਨੋਟਸ ਤੁਹਾਨੂੰ ਪ੍ਰੋਵਾਈਡ ਕਰਵਾਏ ਜਾ ਰਹੇ ਇਹਦੇ ਵਿੱਚ ਜਿਹੜਾ ਮਰਜ਼ੀ ਕੁਐਸਚਨ ਆ ਜਾਏ MCQs ਤੁਸੀਂ ਕਲੀਅਰ ਕਰ ਲਓਗੇ, ਕਿਉਂਕਿ ਆਪਾਂ ਨੂੰ ਪ੍ਰੈਕਟੀਕਲ ਕੁਐਸਚਨਸ ਨਹੀਂ ਆਉਂਦੇ, MCQs ਆਉਂਦੇ ਆ। ਔਰ ਜਿਸ ਤਰ੍ਹਾਂ ਦੇ MCQs ਆਉਂਦੇ ਨੇ ਉਹ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ। ਨੈਕਸਟ ਵੀਡੀਓ ਦੇ ਅੰਦਰ ਇਹਦੇ ਰਿਲੇਟਡ MCQs ਕੁਐਸਚਨ ਹੋਣਗੇ। ਸੋ ਫਿਲਹਾਲ ਇਸ ਟੌਪਿਕ ਨੂੰ ਡਿਸਕਸ ਕਰਦੇ ਹਾਂ। ਕਲੀਅਰ। ਐਬਸੋਲੂਟ ਮੇਜਰ ਕੀ ਹੁੰਦਾ? ਦਾ ਡਿਫਰੈਂਸ ਬਿਟਵੀਨ ਦਾ ਮੀਨ ਮੀਡੀਅਨ ਐਂਡ ਮੋਡ। ਕਲੀਅਰ। ਨੈਕਸਟ ਹੁਣ ਰਿਲੇਟਿਵ ਮੇਜਰਮੈਂਟ ਕੀ ਹੁੰਦਾ? ਰਿਲੇਟਿਵ ਮੇਜਰਸ ਆਫ ਸਕਿਊਨੈਸ ਕੀ ਹੁੰਦਾ? ਰਿਲੇਟਿਵ ਮੇਜਰਮੈਂਟਸ ਆਫ ਸਕਿਊਨੈਸ ਹੁੰਦਾ ਦਾ ਡਿਫਰੈਂਸ ਬਿਟਵੀਨ ਦਾ ਮੀਨ ਮੀਡੀਅਨ ਮੋਡ ਗਿਵ ਆ ਐਬਸੋਲੂਟ ਮੇਜਰਮੈਂਟਸ। ਇਹ ਆਪਾਂ ਕਰ ਚੁੱਕੇ ਹਾਂ ਕਿ ਡਿਫਰੈਂਸ ਕੀ ਦੱਸਦਾ ਵਾ? ਐਬਸੋਲੂਟ ਮੇਜਰਮੈਂਟਸ। ਇਸ ਤੋਂ ਬਾਅਦ ਇਫ ਵੀ ਡਿਵਾਈਡ ਦਾ ਡਿਫਰੈਂਸ ਬਾਈ ਦਾ ਸਟੈਂਡਰਡ ਡੇਵੀਏਸ਼ਨ, ਜਦੋਂ ਆਪਾਂ ਕਹਿੰਦੇ ਇਸ ਡਿਫਰੈਂਸ ਨੂੰ ਸਟੈਂਡਰਡ ਡੇਵੀਏਸ਼ਨ ਨਾਲ ਡਿਵਾਈਡ ਕਰ ਦਿੰਦੇ ਆ
दैन अपने कोले की आ जांदा रिलेटिव मेजरमेंट स्क्यूनेस आ जांदा। आई होप तुहानूं क्लीयर हो गया होगा आंसर। ਜਿਹੜਾ ਇਹਨਾਂ ਦਾ ਡਿਫਰੈਂਸ ਹੁੰਦਾ ਮੀਨ ਮੀਡੀਅਨ ਮੋਡ, ਇਹਨਾਂ ਦਾ ਜਿਹੜਾ ਡਿਫਰੈਂਸ ਹੁੰਦਾ ਵਾ ਉਸ ਚੀਜ਼ ਨੂੰ ਕੀ ਕਹਿੰਦੇ ਆ, ਜਿਹੜਾ ਆਪਾਂ ਡਿਫਰੈਂਸ ਮੈਜ਼ਰ ਕਰਦੇ ਆ ਵੈਸੇ ਤਾਂ ਇਕੁਅਲ ਹੁੰਦੇ ਨੇ ਬਟ ਜੇ ਡਿਫਰੈਂਸ ਆ ਜੇ ਤਾਂ ਹੀ ਸਕਿਊਨੈਸ ਆਉਂਦੀ ਆ। ਔਰ ਕਿੰਨਾ ਡਿਫਰੈਂਸ ਆ ਉਸ ਚੀਜ਼ ਨੂੰ ਐਬਸੋਲੂਟ ਮੈਜ਼ਰਮੈਂਟ ਕੈਲਕੂਲੇਟ ਕਰਦਾ। ਜਦੋਂ ਆਪਾਂ ਇਸ ਡਿਫਰੈਂਸ ਨੂੰ ਕਿਹਦੇ ਨਾਲ ਡਿਵਾਈਡ ਕਰ ਦਿੰਦੇ ਆ, ਜਦੋਂ ਆਪਾਂ ਇਸ ਡਿਫਰੈਂਸ ਨੂੰ ਸਟੈਂਡਰਡ ਡੈਵੀਏਸ਼ਨ ਦੇ ਨਾਲ ਡਿਵਾਈਡ ਕਰ ਦਿੰਦੇ ਆ। ਆ ਦੇਖੋ ਲਿਖਿਆ ਹੈ ਡਿਵਾਈਡ ਬਾय द डिफरेंस। डिवाइड कितना करना आप स्टैंडर्ड डेविएशन डिवाइड कर दें दैन वो की आ जाता रिलेटिव मेजरमेंट ऑफ स्क्यूनेस एज नोन एज मोस्ट इंपॉर्टेंट थिंग। रिलेटिव मेजरमेंट्स नूं की कहा जाता कोफिशिएंट एंड डोनेटेड बाय SK। कोफिशिएंट एंड डोनेटेड बाय SK मतलब इनू कोफिशिएंट मेजरमेंट ऑफ स्क्यूनेस भी कहा जाता। किनू रिलेटिव नूं कोफिशिएंट ऑफ मेजरमेंट ऑफ स्क्यूनेस भी कहा जाता। वर्ड याद रखियो कोफिशिएंट बहुत इंपॉर्टेंट है। ये लास्ट पेपर्स ਦੇ ਵਿੱਚ ਇਹਦੇ ਰਿਲੇਟਡ ਕੁਐਸਚਨਸ ਆ ਰਹੇ ਨੇ। ਸੋ ਨੈਕਸਟ ਇਹਨੂੰ ਆਪਣੇ ਨੋਟ ਡਾਊਨ ਕਰ ਲਿਓ, ਇੰਪੋਰਟੈਂਟ ਚੀਜ਼ਾਂ ਨੇ। ਨੈਕਸਟ ਹਾਂਜੀ ਹੁਣ ਐਬਸੋਲੂਟ ਮੈਜ਼ਰਮੈਂਟ ਆਫ ਸਕਿਊਨੈਸ ਹੁੰਦਾ ਕੀ ਆ, ਆਪਾਂ ਹੁਣੀ ਪੜ੍ਹ ਕੇ ਹਟੇ ਆ। ਡਿਫਰੈਂਸ ਹੁੰਦਾ ਮੀਨ ਤੇ ਮੋਡ ਦੇ ਵਿੱਚ, ਮੀਨ ਤੇ ਮੀਡੀਅਨ ਦੇ ਵਿੱਚ ਤੇ ਮੀਡੀਅਨ ਤੇ ਮੋਡ ਦੇ ਵਿੱਚ। ਜੋ ਆਪਾਂ ਡੈਫੀਨੇਸ਼ਨ ਪੜ੍ਹੀ ਉਹੀ ਇਹ ਪ੍ਰੈਕਟੀਕਲੀ ਆਪਾਂ ਇੱਥੇ ਲਿਖਤਾ। ਇਹ ਇੱਕ ਫਾਰਮੂਲਾ ਵੀ ਆ, ਉਹ ਤੁਹਾਨੂੰ ਪੁੱਛਿਆ ਜਾਂਦਾ कि एब्सोल्यूट स्क्यूनेस के अंदर मीन ते मोड का रिलेशन की आ या मीडियन ते मोड का रिलेशन की आ, इदां दा क्वेश्चन आ जाता। सो तुसी ये एक फॉर्मूला है, ये सारे फॉर्मूले ने मीन माइनस एक्स मतलब मीन माइनस मीडियन, मीडियन माइनस मोड। सो ये आपस च रिलेशन फाइंड दसदा आपां नूं कि एब्सोल्यूट स्क्यूनेस के अंदर इन्हां दा आपस का रिलेशन आ। एब्सोल्यूट मतलब आप डिफरेंसिस कैलकुलेट करते हैं कि मीन मीडियन मोड के। आई होप तुहानूं क्लीयर हो गया। बहुत शॉर्ट दे विच नोट्स प्रोवाइड करवाए गए हैं ताकि बिना टाइम वेस्ट किए अपना जिहड़ा कॉन्सैप्ट आ वो क्लीयर हो जाए तो कमांड आ जाए आपां नूं। नैक्सट हुण आ गया रिलेटिव मेजरमेंट ऑफ स्क्यूनेस की हुंदा। रिलेटिव मेजरमेंट ऑफ स्क्यूनेस के अंदर आ 3 पॉइंट आउंदे ने। कार्ल पियर्सन कोफिशिएंट ऑफ स्क्यूनेस मैं गल कीती सी ना कि आपां रिलेटिव नूं कोफिशिएंट ऑफ स्क्यूनेस भी कहंदे ने। ये गल याद रखियो, ये गल याद रखिए क्वेश्चन दे विच आ जांदा। सो पहला की आ कार्ल पियर्सन कोफिशिएंट ऑफ स्क्यूनेस, सैकेंड बॉलवे कोफिशिएंट ऑफ स्क्यूनेस, दैन कैली कोफिशिएंट ऑफ स्क्यूनेस। सो ये तिन्ने की ने आप इन्हां दे लई वन बाय वन डिस्कस करांगे। रिलेटिव स्क्यूनेस के अंदर कार्ल पियर्सन, बॉलवे ते कैली आउंदे ने। क्लीयर। हुण नैक्सट हुण कार्ल पियर्सन कोफिशिएंट ऑफ स्क्यूनेस हुंदा की आ। हुण इस चीज़ नूं समझो कार्ल पियर्सन कोफिशिएंट ऑफ स्क्यूनेस किहदे ते डिपेंड करदा। इट इज़ बेस्ड ऑन द डिफरेंस बिटवीन मीन एंड मॉड। याद रखो आपां पहला एब्सोल्यूट पढ़िया, एब्सोल्यूट के अंदर फर्स्ट पॉइंट की सीगा मीन माइनस मॉड। सो कहता है डिफरेंस कार्ल पियर्सन ऑफ कोफिशिएंट ऑफ स्क्यूनेस की आ डिफरेंस बिटवीन द मीन एंड अ मॉड। होर इहदा एग्जैक्टली फॉर्मूला की हुंदा आपां गल कीती सीगी, तुहानूं दस्सिया सीगा कि रिलेटिव स्क्यूनेस दे विच एब्सोल्यूट की हुंदा। आ एब्सोल्यूट आ, जे तुहानूं पुछया जावे आ एब्सोल्यूट आ। मीन माइनस मॉड आपां गल कीती सी डिफरेंस दी, ये एब्सोल्यूट हो गया। और जदों आपां गल कीती सी रिलेटिव दी, रिलेटिव के अंदर आपां की करांगे स्टैंडर्ड डेविएशन के नाल डिवाइड कर देंगे। सो कार्ल पियर्सन कोफिशिएंट ऑफ स्क्यूनेस का फॉर्मूला की आ मीन माइनस मोड डिवाइडेड बाय स्टैंडर्ड डेविएशन। और ए दा सिंबल आ SKP कार्ल पियर्सन का। नैक्सट होर इहदे अंदर की होंदा आप तुहानूं दसदा कि SKP नूं की कहंदे आ कार्ल पियर्सन ऑफ कोफिशिएंट ऑफ स्क्यूनेस। वैन मोड इज़ इल मतलब जो मोड ना दिता होवे आपां नूं, मोड ना दिता होवे है ना, दैन आपां मीडियन यूज़ करांगे। दैन आप मीडियन यूज़ करांगे कार्ल पियर्सन मैथड के अंदर। और फिर उसका फॉर्मूला की है 3 ब्रैकेट मीन माइनस मीडियन डिवाइडेड बाय स्टैंडर्ड डेविएशन। एक गल याद रखियो कार्ल पियर्सन के 2 फॉर्मूले ने। 2 फॉर्मूले मीनस जे आपां नूं मोड दिता तां मीन माइनस मोड डिवाइडेड बाय स्टैंडर्ड डेविएशन। और सैकेंड की है जे आपां नूं मीडियन दिता वा दैन मीन माइनस मीडियन अपॉन स्टैंडर्ड डेविएशन मल्टीप्लाई बाय 3। पर एक चीज़ होर क्वेश्चन दे पूछा जाता कि कार्ल पियर्सन के अंदर मीन ते मीडियन का की रिलेशन आ स्क्यूनेस के अंदर, फिर तुसीं आ फॉर्मूला लिख के आना। जे मोड का पूछा गया तो आ फॉर्मूला लिख के आना। आई होप तुहानूं क्लीयर हो गया होगा। बेसिक कॉन्सैप्ट स्टार्टिंग तो आपां की कर लिया। पहला एब्सोल्यूट एंड रिलेटिव किया। एब्सोल्यूट के अंदर आप डिफरेंसिस देखते हैं मीन मीडियन मोड के अंदर, तो रिलेटिव के अंदर आप स्टैंडर्ड डेविएशन ना उस डिफरेंस को डिवाइड कर दें। सो फिलहाल फस्ट के अंदर कार्ल पियर्सन के कोफिशिएंट ऑफ कोरिलेशन के अंदर आप स्टैंडर्ड डेविएशन डिवाइड कर चुके हैं मीन माइनस मोड एंड मीन माइनस मीडियन। याद रखियो ये। नैक्सट फॉर्मूले जो आप इदा डिस्कस करके
ਕਰਦੇ ਆ ਨਾ ਤਾਂ ਤੁਹਾਡੇ ਫਾਰਮੂਲੇ ਦਿਮਾਗ 'ਚ ਬੈਠ ਜਾਣਗੇ। ਅਦਰਵਾਈਜ਼ ਤੁਸੀਂ ਦੇਖਣਾ ਬੁੱਕਸ ਦੇ ਵਿੱਚ ਫਾਰਮੂਲੇ ਦੇਖਿਆ ਆਪਾਂ ਰੱਟੇ ਲਗਾਈ ਜਾਵਾਂਗੇ ਤਾਂ ਆਪਾਂ ਨੂੰ ਯਾਦ ਨਹੀਂ ਹੁੰਦੇ ਔਰ ਭੁੱਲ ਜਾਂਦੇ ਆ ਔਰ ਕਨਫਿਊਜ਼ ਹੋ ਜਾਂਦੇ ਆ। ਹੁਣ ਆਈ ਥਿੰਕ ਕਿ ਤੁਹਾਡੇ ਕਨਸੈਪਟ ਕਲੀਅਰ ਹੋ ਗਏ ਹੋਣਗੇ। ਨੈਕਸਟ ਹਾਂਜੀ ਨੈਕਸਟ ਸੀਗਾ ਬੋਲਵੇ ਕੋਐਫੀਸ਼ੀਐਂਟ ਆਫ ਸਕੂਨੈਸ। ਬੋਲਵੇ ਕੋਐਫੀਸ਼ੀਐਂਟ ਆਫ ਸਕੂਨੈਸ ਕੀ ਕਹਿੰਦਾ? ਬੋਲਵੇ ਕੋਐਫੀਸ਼ੀਐਂਟ ਆਫ ਸਕੂਨੈਸ ਕੀ ਕਹਿੰਦਾ ਵਾ, ਕੀ ਹੁੰਦਾ ਵਾ ਕਿ ਇਹਦੇ ਅੰਦਰ ਫਸਟ ਇਹਦਾ ਫਾਰਮੂਲਾ ਕੀ ਆ। ਦੇਖੋ ਕੈਲੀ ਨੇ ਕੀ ਡਿਫਾਈਨ ਕੀਤਾ ਸੀਗਾ? ਕੈਲੀ ਨੇ ਡਿਫਾਈਨ ਕੀਤਾ ਸੀ ਮੀਨ ਮੀਡੀਅਨ ਤੇ ਮੋਡ ਨੂੰ ਲੈ ਕੇ, ਮੀਨ ਮੀਡੀਅਨ ਤੇ ਮੋਡ ਨੂੰ ਲੈ ਕੇ, ਯਾਦ ਰੱਖਿਓ। ਬੋਲਵੇ ਕਿਸ ਚੀਜ਼ ਨੂੰ ਲੈ ਕੇ ਡਿਫਾਈਨ ਕਰ ਰਿਹਾ? ਕੁਆਰਟਾਈਲ ਨੂੰ ਲੈ ਕੇ, ਮੀਡੀਅਨ ਨੂੰ ਲੈ ਕੇ, ਕਲੀਅਰ। ਸੋ ਕੁਆਰਟਾਈਲ ਤੇ ਮੀਡੀਅਨ ਨੂੰ ਲੈ ਕੇ। Q3 ਇਜ਼ ਅ, ਯਾਦ ਰੱਖਿਓ ਇੱਕ ਕੁਐਸਚਨ ਆ ਜਾਂਦਾ ਕਿ ਲੋਅਰ ਕੁਆਰਟਾਈਲ ਕਿਹਨੂੰ ਕਹਿੰਦੇ ਆ। ਫਸਟ ਇੱਕ ਆਬਜੈਕਟਿਵ ਟਾਈਪ ਆਪਾਂ ਲਾਸਟ MCQs ਦੇ ਅੰਦਰ ਕੀਤਾ ਵੀ ਸੀ, ਦੇਖੋ ਇੱਥੇ ਵੀ ਆਇਆ। Q3 ਕਿਹਨੂੰ ਕਹਿੰਦੇ ਆ? ਲੋਅਰ ਕੁਆਰਟਾਈਲ ਨੂੰ। ਐਂਡ Q1 ਕਿਹਨੂੰ ਕਹਿੰਦੇ ਆ? ਅਪਰ ਕੁਆਰਟਾਈਲ ਨੂੰ। ਇਹ ਗੱਲ ਯਾਦ ਰੱਖਿਓ। M ਫॉर ਮੀਡੀਅਨ, SB ਮਤਲਬ ਬੋਲਵੇ। ਸੋ ਆ ਇਹਦਾ ਬੇਸਿਕਲੀ ਫਾਰਮੂਲਾ ਵਾ Q3, ਇਹਨੂੰ ਯਾਦ ਰੱਖਿਓ, ਪਹਿਲਾਂ ਯਾਦ ਕਰਨ ਦੀ ਜ਼ਰੂਰਤ ਨਹੀਂ, ਉਹਦਾ ਸ਼ਾਰਟ ਫਾਰਮ ਆ Q3 + Q1, Q3 - Q1 2M। ਇਹ ਬੋਲਵੇ ਦਾ ਫਾਰਮੂਲਾ ਵਾ ਔਰ ਆ ਤੁਹਾਨੂੰ ਪਤਾ ਲੱਗ ਗਿਆ ਉਹ ਇਹ ਵੀ ਇਕੱਲਾ ਫਾਰਮੂਲਾ ਹੀ ਨਹੀਂ ਯਾਦ ਕਰਨਾ, ਇਹਦੇ ਵਿੱਚ ਆ ਵੀ ਯਾਦ ਕਰਨਾ ਕਿ Q3 ਇਜ਼ ਅ ਲੋਅਰ ਕੁਆਰਟਾਈਲ ਐਂਡ Q1 ਇਜ਼ ਅ ਅਪਰ ਕੁਆਰਟਾਈਲ। ਕਲੀਅਰ। ਨੈਕਸਟ ਹੋਰ ਇਹਦੇ ਅੰਦਰ ਆਪਾਂ ਨੂੰ ਇਸ ਬੋਲਵੇ ਕੋਐਫੀਸ਼ੀਐਂਟ ਆਫ ਸਕੂਨੈਸ ਦੇ ਅੰਦਰ ਕੀ ਰਿਮਾਈਂਡ ਰੱਖਣ ਦੀ ਜ਼ਰੂਰਤ ਆ? Q3 ਹੋ ਗਿਆ, ਆਪਾਂ ਕਰ ਲਿਆ। ਦੈਨ ਇਹ ਵੀ ਹੋ ਗਿਆ ਕਿ ਆਪਾਂ ਮੀਡੀਅਨ ਕਹਿੰਦੇ ਨੇ। ਦੈਨ ਇੱਕ ਇੰਪੋਰਟੈਂਟ ਥਿੰਗ ਜੋ ਆਪਾਂ ਨੂੰ ਇਹਦੇ ਵਿੱਚ ਹੋਰ ਯਾਦ ਰੱਖਣਾ, ਦਾ ਮੈਜ਼ਰਮੈਂਟ ਇਜ਼ ਕਾਲਡ ਅ ਕੁਆਰਟਾਈਲ ਮੈਜ਼ਰਮੈਂਟ ਆਫ ਦਾ ਸਕੂਨੈਸ। ਦੇਖੋ ਬੋਲਵੇ ਨੂੰ ਹੋਰ ਕੀ ਕਹਿੰਦੇ ਆ? ਕੁਆਰਟਾਈਲ ਮੈਜ਼ਰਮੈਂਟ ਆਫ ਸਕੂਨੈਸ ਵੀ ਕਹਿੰਦੇ ਨੇ। ਯਾਦ ਰੱਖੋ ਬੱਚੇ, ਇਹ ਚੀਜ਼ਾਂ ਬੇਸਿਕ ਕਨਸੈਪਟਸ ਨੇ, ਆ ਜਾਂਦੇ ਨੇ। ਕੀ ਕਹਿੰਦੇ ਨੇ? ਕੁਆਰਟਾਈਲ ਮੈਜ਼ਰਮੈਂਟ ਆਫ ਸਕੂਨੈਸ ਐਂਡ ਅ ਵੈਲਿਊ ਆਫ ਦਾ ਕੋਐਫੀਸ਼ੀਐਂਟ ਵੀ ਕਹਿੰਦੇ ਨੇ। ਤੇ ਇਹਦੀ ਜਿਹੜੀ ਵੈਲਿਊ ਆ ਦੇ ਓਬਟੇਨਡ ਆ ਵੈਰੀ ਬਿਟਵੀਨ 1 ਐਂਡ -1। ਇਹਦਾ ਆਨਸਰ ਜਿਹੜਾ 1 ਤੇ -1 ਦੇ ਵਿੱਚ ਆਉਂਦਾ ਵਾ। ਕਲੀਅਰ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। 3-4 ਚੀਜ਼ਾਂ ਯਾਦ ਰੱਖਣੀਆਂ ਬੋਲਵੇ ਦੀਆਂ। Q3 + Q1 / Q3 - Q1 2M ਮਤਲਬ ਮੀਡੀਅਨ। ਦੈਨ ਇਹਦੇ ਵਿੱਚ ਯਾਦ ਰੱਖਣ ਵਾਲੀ ਚੀਜ਼ ਕਿ ਇਹਨੂੰ Q3 ਨੂੰ ਲੋਅਰ ਕੁਆਰਟਾਈਲ ਕਹਿੰਦੇ ਨੇ, Q1 ਨੂੰ ਅਪਰ ਕੁਆਰਟਾਈਲ ਕਹਿੰਦੇ ਨੇ। ਦੈਨ ਇਹਨੂੰ ਕੁਆਰਟਾਈਲ ਮੈਜ਼ਰਮੈਂਟ ਆਫ ਸਕੂਨੈਸ ਵੀ ਕਹਿੰਦੇ ਨੇ। ਨੈਕਸਟ ਕੈਲੀ ਕੋਐਫੀਸ਼ੀਐਂਟ ਆਫ ਸਕੂਨੈਸ। ਕੈਲੀ ਕੀ ਕਹਿੰਦਾ? ਕੈਲੀ ਇਜ਼ ਯੂਜ਼ ਦਾ ਡਿਸਾਈਲ ਐਂਡ ਪਰਸੈਂਟਾਈਲ। ਆਈ ਹੋਪ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ, ਪਿਕਚਰ ਸਾਰੀ ਤੁਹਾਡੇ ਸਾਹਮਣੇ ਆ ਗਈ ਆ ਕਿ ਜਿਹੜਾ ਕਾਰਲ ਪੀਅਰਸਨ ਸੀਗਾ ਉਹਨੇ ਮੀਨ ਮੀਡੀਅਨ ਮੋਡ ਨੂੰ ਯੂਜ਼ ਕੀਤਾ, ਜਿਹੜਾ ਬੋਲਵੇ ਸੀਗਾ ਉਹਨੂੰ ਕੁਆਰਟਾਈਲ ਨੂੰ ਯੂਜ਼ ਕੀਤਾ, ਜਿਹੜਾ ਕੈਲੀ ਸੀ ਉਹਨੇ ਡਿਸਾਈਲ ਤੇ ਪਰਸੈਂਟਾਈਲ ਨੂੰ ਯੂਜ਼ ਕੀਤਾ। ਸੋ ਆ ਇਹਦਾ ਬੇਸਿਕਲੀ ਫਾਰਮੂਲਾ ਬਣਿਆ P10 + P90 2M P90। ਸੋ ਨੈਕਸਟ ਆਪਾਂ ਕਰ ਹੀ ਲਿਆ ਕਿ P10 ਨੂੰ 10th ਪਰਸੈਂਟਾਈਲ ਕਹਿੰਦੇ ਹਨ, P90 ਨੂੰ 90th ਪਰਸੈਂਟਾਈਲ ਕਹਿੰਦੇ ਨੇ। ਦਾ ਮੈਥਡ ਇਜ਼ ਨਾਟ ਪੋਪੂਲਰ ਇਨ ਅ ਪ੍ਰੈਕਟਿਸ, ਜਨਰਲੀ ਕਾਰਲ ਪੀਅਰਸਨ ਇਜ਼ ਅਪਲਾਈਡ। ਮਤਲਬ ਮੋਸਟਲੀ ਜਿਹੜਾ ਕਾਰਲ ਪੀਅਰਸਨ ਮੈਥਡ ਹੀ ਯੂਜ਼ ਕੀਤਾ ਜਾਂਦਾ, ਇਸ ਮੈਥਡ ਨੂੰ ਇੰਨੀ ਪੋਪੂਲੈਰਿਟੀ ਨਹੀਂ ਮਿਲੀ। ਲਾਸਟ ਵਨ, ਦਾ ਰਿਜ਼ਲਟ ਓਬਟੇਨਡ ਥੀਸ ਫਾਰਮੂਲਾ ਵਿਲ ਜਨਰਲੀ ਲਾਈਜ਼ ਬਿਟਵੀਨ, ਇਹਦਾ ਵੀ ਆਨਸਰ +1 - 1 ਦੇ ਵਿੱਚ ਹੀ ਆਉਂਦਾ ਵਾ। ਕਲੀਅਰ। ਆਈ ਹੋਪ ਤੁਹਾਨੂੰ ਇਹ ਚੀਜ਼ ਪੂਰੀ ਕਲੀਅਰ ਹੋਊਗੀ ਸਕੂਨੈਸ ਦੇ ਬਾਰੇ। ਸੋ ਨੈਕਸਟ ਵੀਡੀਓ ਦੇ ਅੰਦਰ ਆਪਾਂ MCQs ਕੁਐਸਚਨ ਕਰਾਂਗੇ। ਜੇ ਕਿਸੇ ਵੀ ਨੂੰ ਵੀ ਕੋਈ ਸਮੱਸਿਆ ਜਾਂ ਕੋਈ ਵੀ ਟੌਪਿਕ ਆਪਾਂ ਡਿਸਕਸ ਕਰਨਾ ਚਾਹੁੰਦੇ ਨੇ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਦੱਸੋ ਤਾਂ ਕਿ ਅਸੀਂ ਉਸ ਟੌਪਿਕ ਦੇ ਉੱਪਰ ਵੀਡੀਓ ਬਣਾਈਏ। ਸ਼ਾਰਟ ਟਾਈਮ ਰਹਿ ਗਿਆ ਤਾਂ ਕਿ ਆਪਾਂ ਆਪਣੇ ਸਿਲੇਬਸ ਨੂੰ ਕਵਰ ਅਪ ਕਰ ਸਕੀਏ। ਥੈਂਕ ਯੂ ਸੋ ਮਚ। ਗੋਡ ਬਲੈਸ ਯੂ ਆਲ।